जी बहुत ही प्यारे बच्चियों, ਵੈਲਕਮ ਲਾਈਫ ਦੇ ਅੱਜ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵਿਦਿਅਕ ਵਰ੍ਹੇ ਤੋਂ ਸਾਡੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪਹਿਲੀ ਤੋਂ 12ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਇੱਕ ਨਵਾਂ ਵਿਸ਼ਾ ਸ਼ਾਮਿਲ ਕੀਤਾ ਹੈ, ਵੈਲਕਮ ਲਾਈਫ। ਤਾਂ ਜੇਕਰ ਸੱਚਮੁੱਚ ਅਸੀਂ ਲਾਈਫ ਦਾ ਵੈਲਕਮ ਕਰਨਾ ਹੋਵੇ, ਸਵਾਗਤ ਕਰਨਾ ਹੋਵੇ, ਤਾਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਹੈ ਸੋਚ। ਸਕਾਰਾਤਮਕ ਸੋਚ ਜਾਂ ਪੋਜ਼ਿਟਿਵ ਸੋਚ ਵਿਕਸਿਤ ਕਰਨਾ ਹੀ ਵੈਲਕਮ ਲਾਈਫ ਦਾ ਮੁੱਖ ਮੰਤਵ ਹੈ। ਸੋ ਜੇ ਅਸੀਂ ਇਸੇ ਮੰਤਵ ਨੂੰ ਧਿਆਨ 'ਚ ਰੱਖੀਏ ਤਾਂ ਬਹੁਤ ਸਾਰੇ ਛੋਟੇ-ਛੋਟੇ ਵਿਸ਼ੇ ਜਿਹੜੇ ਹੈ ਉਹ ਵੈਲਕਮ ਲਾਈਫ ਦੇ ਅਧੀਨ ਬੱਚਿਆਂ ਨੂੰ ਪੜ੍ਹਾਏ ਜਾਣਗੇ। ਉਹਨਾਂ ਨੂੰ ਸਿਲੇਬਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਹਦੇ ਨਾਲ ਕਿ ਉਹਨਾਂ ਦੀ ਸੋਚ ਬਹੁਤ ਵਧੀਆ ਤਰ੍ਹਾਂ ਡਿਵੈਲਪ ਹੋ ਜਾਏਗੀ। ਤਾਂ ਸਾਡੀ ਸੋਚ ਨੂੰ ਕਿਹੜੀਆਂ ਚੀਜ਼ਾਂ ਰੋਕਦੀਆਂ, ਸਾਡੀ ਸੋਚ ਨੂੰ ਅੱਗੇ ਵਧਣ ਤੋਂ ਜਾਂ ਤਰੱਕੀ ਕਰਨ ਤੋਂ ਕੀ ਰੁਕਾਵਟਾਂ ਹੈ, ਜੇ ਅਸੀਂ ਉਹਨਾਂ ਵੱਲ ਧਿਆਨ ਦੇਈਏ ਤਾਂ ਉਹਨਾਂ ਵਿੱਚੋਂ ਇੱਕ ਬਹੁਤ ਹੀ ਇੰਪੋਰਟੈਂਟ ਵਹਿਮ ਭਰਮ ਹੈ। ਵਹਿਮ ਭਰਮ ਇੱਕ ਅਜਿਹਾ ਫੈਕਟਰ ਹੈ ਜੋ ਕਿ ਇੱਕ ਚੰਗੇ ਭਲੇ ਬੰਦਾ ਜੋ ਬਹੁਤ ਕਾਬਿਲ ਹੁੰਦਾ ਹੈ, ਬਹੁਤ ਇੰਟੈਲੀਜੈਂਟ ਹੁੰਦਾ ਹੈ, ਪਰ ਫਿਰ ਵੀ ਵਹਿਮ ਭਰਮ ਦਾ ਸ਼ਿਕਾਰ ਹੋ ਕੇ ਉਸ ਦੀ ਜਿਹੜੀ ਪਰਫਾਰਮੈਂਸ ਹੈ ਜਾਂ ਉਸ ਦੀ ਜੋ ਕਾਰਜਕੁਸ਼ਲਤਾ ਹੋਣੀ ਚਾਹੀਦੀ ਹੈ ਉਹ ਅੱਛੀ ਤਰ੍ਹਾਂ ਨਹੀਂ ਹੋ ਪਾਉਂਦੀ, ਉਹਦੀ ਸ਼ਖਸੀਅਤ ਦਾ ਅੱਛੀ ਤਰ੍ਹਾਂ ਨਾਲ ਨਿਖਾਰ ਨਹੀਂ ਹੋ ਪਾਉਂਦਾ। ਤਾਂ ਅੱਜ ਅਸੀਂ ਇਸੇ ਵਿਸ਼ੇ ਦੇ ਬਾਰੇ ਗੱਲ ਕਰਦੇ ਹੋਏ ਇਹ ਦੇਖਾਂਗੇ ਕਿ ਇਹ ਜਿਹੜੇ ਵਹਿਮ ਭਰਮ ਹੈ ਇਹ ਕਿਵੇਂ ਬਣ ਜਾਂਦੇ ਹੈ, ਕਿਵੇਂ ਇਨਸਾਨ ਜਿਹੜਾ ਹੈ ਉਹ ਅਜਿਹੀਆਂ ਗੱਲਾਂ ਨੂੰ ਮੰਨਣ ਲੱਗ ਜਾਂਦਾ ਹੈ ਜਿਹੜੀਆਂ ਕਿ ਕਿਤੇ ਵੀ ਐਗਜ਼ਿਸਟ ਹੀ ਨਹੀਂ ਕਰਦੀਆਂ। ਤੁਸੀਂ ਆਮ ਰੂਟੀਨ ਦੇ ਵਿੱਚ ਸੁਣੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ ਵਹਿਮ ਭਰਮ ਦੀਆਂ ਗੱਲਾਂ। ਤੁਸੀਂ ਸੁਣਿਆ ਹੋਏਗਾ ਕਿ ਜਦੋਂ ਵੀ ਤੁਸੀਂ ਪੇਪਰ ਦੇਣ ਜਾਣ ਤਾਂ ਤੁਹਾਡੇ ਮਦਰ ਜਾਂ ਘਰ 'ਚ ਕੋਈ ਵੀ ਤੁਹਾਨੂੰ ਕਹਿੰਦੇ ਹੋਣਗੇ ਵੀ ਬੇਟਾ ਮਿੱਠਾ ਖਾ ਕੇ ਜਾ, ਪੇਪਰ ਬਹੁਤ ਵਧੀਆ ਹੋਏਗਾ। ਜਾਂ ਕਈ ਵਾਰੀ ਤੁਸੀਂ ਘਰੋਂ ਚੱਲਣ ਲੱਗੇ ਹੋ ਤਾਂ ਕਿਸੇ ਨੇ ਵੀ ਛਿੱਕ ਮਾਰਤੀ ਤਾਂ ਤੁਸੀਂ ਸੋਚਦੇ ਹੋ ਕਿ ਲੈ ਬਈ ਇਹ ਤਾਂ ਮਾੜਾ ਸ਼ਗਨ ਹੋ ਗਿਆ, ਆਪ ਸ਼ਗਨ ਹੈ ਇਹ, ਹੁਣ ਮੈਂ ਜਾਵਾਂਗਾ ਤੇ ਮੇਰਾ ਤਾਂ ਕੰਮ ਹੀ ਨਹੀਂ ਬਣਨਾ। ਇਸੇ ਤਰ੍ਹਾਂ ਹੀ ਕਈ ਵਾਰੀ ਤੁਸੀਂ ਕਿਤੇ ਜਾ ਰਹੇ ਹੋ ਔਰ ਰਸਤੇ 'ਚ ਕਾਲੀ ਬਿੱਲੀ ਆ ਗਈ ਹੈ ਤਾਂ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਡੇ ਦਿਲ 'ਚ ਡਰ ਹੋ ਜਾਂਦਾ ਹੈ ਕਿ ਲੈ ਬਿੱਲੀ ਟੱਕਰ ਗਈ, ਹੁਣ ਪਤਾ ਨਹੀਂ ਕੰਮ ਹੋਣਾ ਕਿ ਨਹੀਂ, ਹੁਣ ਤਾਂ ਜ਼ਰੂਰ ਬਦਸ਼ਗਨੀ ਹੋਣੀ ਹੈ। ਸੋ ਇਹ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ, ਛੋਟੀਆਂ-ਛੋਟੀਆਂ ਗਲਤ ਧਾਰਨਾਵਾਂ ਨੇ, ਇਹ ਸਾਡੇ ਬਿਹੇਵੀਅਰ ਨੂੰ, ਸਾਡੇ ਵਿਵਹਾਰ ਨੂੰ ਬਹੁਤ ਪ੍ਰਭਾਵਿਤ ਕਰਦੀਆਂ। ਅਸੀਂ ਲੋਕ ਇਹਨਾਂ ਨੂੰ ਫੋਰ ਗ੍ਰਾਂਟਡ ਲੈ ਲੈਂਦੇ ਹਾਂ ਕਿ ਬਿਲਕੁਲ ਇਹ ਸਹੀ ਗੱਲ ਹੈ। ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਜੇ ਅਸੀਂ ਲਿਸਟ ਬਣਾਈਏ ਇੱਕ ਕਿ ਕਿਹੜੇ ਵਹਿਮ ਭਰਮ ਹੈ। ਤੁਸੀਂ ਅੱਜ ਕੱਲ੍ਹ ਮੋਬਾਈਲ ਸਾਰੇ ਯੂਜ਼ ਕਰਦੇ ਹੋ, ਹਰ ਦੂਜੇ ਦਿਨ ਕੋਈ ਨਾ ਕੋਈ ਮੈਸੇਜ ਇੱਕ ਇਸ ਤਰ੍ਹਾਂ ਦਾ ਆ ਜਾਂਦਾ ਹੈ ਵੀ ਇੰਨੇ ਜਾਣਿਆਂ ਨੂੰ ਮੈਸੇਜ ਭੇਜੋ, ਇੰਨੇ ਘੰਟੇ 'ਚ ਮੈਸੇਜ ਭੇਜੋ, ਨਹੀਂ ਤਾਂ ਤੁਹਾਡੇ ਨਾਲ ਕੋਈ ਅਪਸ਼ਗਨ ਹੋਏਗਾ। ਕਈ ਵਾਰੀ ਕੋਈ ਹੋਰ ਮੈਸੇਜ ਆ ਜਾਂਦਾ ਹੈ, ਤੁਸੀਂ ਇਹ ਇੰਨਿਆਂ ਨੂੰ ਫਾਰਵਰਡ ਕਰੋ, ਤੁਹਾਡੀ ਵਿਸ਼ ਜਿਹੜੀ ਹੈ ਉਹ ਪੂਰੀ ਹੋਏਗੀ, ਜਾਂ ਜੇ ਨਹੀਂ ਕਰੋਗੇ ਤਾਂ ਤੁਹਾਡੇ ਨਾਲ ਇਹ ਅਨਹੋਣੀ ਹੋਏਗੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਵਹਿਮਾਂ ਭਰਮਾਂ ਨੂੰ ਬਹੁਤ ਜ਼ਿਆਦਾ ਵਧਾਵਾ ਦਿੰਦੀਆਂ, ਵਧਾਉਂਦੀਆਂ। ਤਾਂ ਲੋੜ ਹੈ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਕੰਟਰੋਲ ਕਰਨ ਦੀ। ਇਸ ਲੈਸਨ ਦੇ ਵਿੱਚ ਅਸੀਂ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਜਿਹੜੀਆਂ ਪਾਈਆਂ, ਉਹਨਾਂ ਐਕਟੀਵਿਟੀਜ਼ ਵਿੱਚੋਂ ਜਿਹੜੀ ਫਸਟ ਐਕਟੀਵਿਟੀ ਹੈ ਉਹ ਸੀ ਕਿ ਇੱਕ ਲਿਸਟ ਬਣਾਓ ਕਿ ਕਿਹੜੀਆਂ ਵਹਿਮ ਭਰਮ ਜਿਹੜੇ ਹੈ ਉਹ ਪ੍ਰਚਲਿਤ ਨੇ ਤੇ ਉਹਨਾਂ ਦਾ ਆਪਣੇ ਤੇ ਕੀ ਅਸਰ ਹੁੰਦਾ ਹੈ, ਕਿ ਅਗਰ ਆਪਾਂ ਉਹਨਾਂ ਨੂੰ ਸਹੀ ਮੰਨ ਕੇ ਤੇ ਕੀ ਉਹ ਸਾਡੀ ਵਿਕਾਸ ਦੇ ਵਿੱਚ, ਸਾਡੀ ਡਿਵੈਲਪਮੈਂਟ 'ਚ ਰੁਕਾਵਟ ਬਣਦਾ ਹੈ। ਸੈਕਿੰਡ ਜੋ ਐਕਟੀਵਿਟੀ ਸੀਗੀ ਉਹ ਇਹ ਸੀਗੀ
ਕਿ ਤੁਸੀਂ ਸਰਵੇ ਕਰਨਾ ਹੈ। ਸਰਵੇ ਕਰਨਾ ਹੈ ਤੁਸੀਂ ਆਪਣੇ ਆਂਢ ਗੁਆਂਢ ਤੋਂ, ਆਪਣੇ ਸਾਥੀ ਮਿੱਤਰਾਂ ਤੋਂ, ਆਪਣੇ ਫੈਮਿਲੀ ਮੈਂਬਰਸ ਤੋਂ ਲੋਕਾਂ ਦੇ ਵਿਊਜ਼ ਲੈ ਕੇ ਆਣੇ ਹੈ ਕਿ ਉਹ ਜਿਹੜੇ ਲੋਕ ਹੈ ਉਹ ਵਹਿਮਾਂ ਭਰਮਾਂ 'ਚ ਵਿਸ਼ਵਾਸ ਕਰਦੇ ਆ ਜਾਂ ਨਹੀਂ ਕਰਦੇ ਆ। ਜੇ ਕਰਦੇ ਆ ਤਾਂ ਰੀਜ਼ਨ ਕੀ ਹੈ, ਜੇ ਨਹੀਂ ਕਰਦੇ ਆ ਤਾਂ ਫਿਰ ਉਹਦਾ ਵੀ ਕੀ ਰੀਜ਼ਨ ਹੈ। ਤਾਂ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਐਨਾਲਿਸਿਸ ਕਰੋਗੇ ਤਾਂ ਜਿਹੜੇ ਲੋਕ ਵਹਿਮਾਂ ਭਰਮਾਂ ਨੂੰ ਮੰਨਣ ਵਾਲੇ ਹੁੰਦੇ ਆ, ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਜ਼ਿਆਦਾ ਵਧੀਆ ਨਹੀਂ ਉਜਾਗਰ ਹੋ ਪਾਉਂਦੀ। ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜ਼ਿਆਦਾਤਰ ਮਾਨਸਿਕ ਤੌਰ ਤੇ ਸੁਜੈਸਟੇਬਲ ਕਹਿ ਦਿੰਦੇ ਆਪਾਂ, ਸੁਝਾਵ ਮੰਨਣ ਵਾਲੇ ਜਾਂ ਦੂਜਿਆਂ ਦੇ ਪ੍ਰਭਾਵ 'ਚ ਆਉਣ ਵਾਲੇ, ਇਹੋ ਜਿਹੇ ਲੋਕ ਦੂਜਿਆਂ ਦੇ ਪ੍ਰਭਾਵ 'ਚ ਬਹੁਤ ਜਲਦੀ ਆ ਜਾਂਦੇ ਆ। ਤਾਂ ਉਹ ਹਮੇਸ਼ਾ ਇਹੀ ਸੋਚਦੇ ਹੈ ਕਿ ਜੋ ਵੀ ਉਹਨਾਂ ਨੂੰ ਦੱਸਿਆ ਗਿਆ ਹੈ ਬਸ ਉਹੀ, ਬਸ ਪੱਥਰ ਤੇ ਲਕੀਰ ਹੈ, ਉਹੀ ਸੱਚ ਹੈ। ਜੇ ਅੱਜ ਮੈਂ ਕੁਝ ਕਹਿਤਾ, ਮੇਰੀ ਗੱਲ ਮੰਨ ਲਈ, ਕੱਲ ਨੂੰ ਕਿਸੇ ਨੇ ਕਹਿਤਾ ਉਹਦੇ ਮਗਰ ਲੱਗ ਗਏ। ਤਾਂ ਇਹਦਾ ਮਤਲਬ ਉਹਨਾਂ ਲੋਕਾਂ ਦਾ ਜਿਹੜਾ ਮਾਨਸਿਕ ਹੈ ਸੰਤੁਲਨ, ਜਾਂ ਕਹਿ ਲਓ ਮਾਨਸਿਕ ਅਵਸਥਾ ਹੈ, ਉਹ ਜ਼ਿਆਦਾ ਸਟੇਬਲ ਨਹੀਂ ਹੁੰਦੀ। ਇਹੋ ਜਿਹੇ ਲੋਕ ਬੜੀ ਜਲਦੀ ਮਗਰ ਲੱਗ ਜਾਂਦੇ ਕਿਸੇ ਦੀ। ਤੁਸੀਂ ਦੇਖਿਆ ਹੋਏਗਾ ਘਰ 'ਚ ਵੀ ਈਵਨ ਕੀ ਤੁਹਾਨੂੰ, ਜਾਂ ਕਦੀ ਵੀ ਅੱਜ ਤਾਂ ਵੀਰਵਾਰ ਹੈ, ਅੱਜ ਸਿਰ ਨਹੀਂ ਧੋਣੇ ਅਸੀਂ, ਅੱਜ ਅਸੀਂ ਕੱਪੜੇ ਨਹੀਂ ਧੋ, ਲੇਡੀਜ਼ ਕਰਦੀਆਂ ਆਮ ਤੌਰ ਤੇ, ਤੁਹਾਡੇ ਮਦਰ ਵੀ ਕਹਿੰਦੇ ਹੋਣਗੇ ਅੱਜ ਵੀਰਵਾਰ ਹੈ ਅਸੀਂ ਕੱਪੜੇ ਨਹੀਂ ਧੋਣੇ, ਜਾਂ ਹੋਰ ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ। ਜਾਂ ਕਿਤੇ ਵੀ ਕੋਈ ਚੀਜ਼ ਬਣਾਉਣੀ ਹੈ, ਨਵਾਂ ਕੁਝ ਕਰਨਾ ਹੈ, ਤਾਂ ਨਿੰਬੂ ਮਿਰਚਾਂ ਟੰਗ ਦਿੰਦੇ ਆ, ਨਿੰਬੂ ਮਿਰਚੀ ਵੀ, ਜਿਵੇਂ ਨਿੰਬੂ ਮਿਰਚੀ ਨੇ ਇੱਕ ਪ੍ਰੋਟੈਕਸ਼ਨ ਸ਼ੀਲਡ ਦਾ ਕੰਮ ਕਰਨਾ ਹੈ ਕਿ ਕੋਈ ਵੀ ਜਿਹੜੀ ਪ੍ਰੋਬਲਮ ਹੈ ਉਹ ਨਾ ਆਵੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਅਸਰ ਕਰਦੀਆਂ। ਹੁਣ ਬੰਦਾ ਕੋਈ ਵੀ ਇਨਸਾਨ ਹੈ, ਜੇਕਰ ਇਹਨਾਂ ਗੱਲਾਂ ਦੇ ਮਗਰ ਲੱਗਿਆ ਰਹੇਗਾ ਤਾਂ ਉਹ ਖੁੱਲ ਕੇ ਨਹੀਂ ਵਿਚਰੇਗਾ, ਉਹਦੀ ਸੋਚ ਉਹਨੂੰ ਰੋਕ ਕੇ ਰੱਖੇਗੀ। ਹੁਣ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਕੀ ਹੈ, ਇੱਕ ਬੱਚਾ ਹੈ, ਉਹਦਾ ਮਨ ਕਰ ਰਿਹਾ ਮੈਂ ਬਾਹਰ ਆਵਾਂ, ਦੂਜਿਆਂ ਜਾ ਕੇ ਖੇਲਾਂ ਜਾਂ ਦੂਜਿਆਂ ਨੂੰ ਜਾ ਕੇ ਮਿਲਾਂ, ਪਰ ਉਹ ਅੰਦਰ ਬੈਠਾ ਹੈ ਔਰ ਚੀਤਾਂ ਦੇ ਵਿੱਚੋਂ ਦੇਖ ਰਿਹਾ ਹੈ ਨਾ, ਹੀ ਇਜ਼ ਪੀਪਿੰਗ ਇਨਟੂ ਦ ਅਦਰ ਪੀਪਲਸ ਲਾਈਫ, ਹੈ ਨਾ। ਤਾਂ ਉਹ ਕੀ ਕਰ ਰਿਹਾ ਹੈ, ਉਹ ਦੇਖ ਰਿਹਾ ਦੂਜਿਆਂ ਨੂੰ ਉਸ ਦਰਵਾਜ਼ੇ ਚੋਂ ਜਿਹੜਾ ਨਾ ਤਾਂ ਪੂਰਾ ਖੁੱਲਿਆ ਨਾ ਬੰਦ ਹੈ। ਹੁਣ ਸੋਚ ਕੀ ਹੈ, ਸੋਚ ਇੱਥੇ ਸਿਰਫ ਪਿਕਚਰ ਦਿਖਾਉਣ ਦਾ ਮਤਲਬ ਸਿਰਫ ਇਹ ਹੈ ਕਿ ਜਿਹੜਾ ਬੰਦਾ ਵਹਿਮ ਭਰਮ ਦਾ ਸ਼ਿਕਾਰ ਹੁੰਦਾ ਹੈ ਉਹਦੇ ਮਨ 'ਚ ਜਿਹੜਾ ਖੁੱਲ ਕੇ ਵਿਚਰਨ ਵਾਲਾ ਹੈ ਉਹ ਚੀਜ਼ ਨਹੀਂ ਡਿਵੈਲਪ ਹੋ ਪਾਉਂਦੀ। ਜਦੋਂ ਤੁਸੀਂ ਇਹ ਸਰਵੇ ਵਾਲੀ ਐਕਟੀਵਿਟੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਵਹਿਮ ਭਰਮ ਨੇ ਇਹ ਕਿਵੇਂ ਸਾਡੀ ਸੋਚ ਦੇ ਉੱਪਰ ਹਾਵੀ ਹੋ ਜਾਂਦੇ ਹੈ, ਕਿਵੇਂ ਸਾਨੂੰ ਅੱਗੇ ਵਧਣ ਤੋਂ ਰੋਕਦੇ ਹੈ, ਸਾਡੀ ਸਫਲਤਾ ਦੇ ਵਿੱਚ ਰੁਕਾਵਟ ਬਣਦੇ ਹੈ। ਤਾਂ ਹੁਣ ਇੱਕ ਛੋਟਾ ਜਿਹਾ ਵੀਡੀਓ ਹੈ, ਅਗਰ ਆਪਾਂ ਉਹਨੂੰ ਦੇਖੀਏ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵਹਿਮ ਭਰਮ ਜਿਹੜੇ ਨੇ ਕਿਵੇਂ ਅਸਰ ਪਾਉਂਦੇ ਹੈ। ਕਿਵੇਂ ਆ? ਠੀਕ ਆ। ਹੋਰ ਦੱਸ, ਠੀਕ ਆ? ਵਧੀਆ। ਹੋਰ ਕਿਵੇਂ ਚੱਲਦੀ ਤੇਰੀ ਪੜ੍ਹਾਈ? ਕਰ ਲਿਆ ਕੱਲ ਵਾਲਾ ਪੇਪਰ? ਉਹ ਨਹੀਂ ਯਾਰ, ਕੀਤਾ ਨਹੀਂ ਆ। ਕੱਲ ਜਾਂਦਾ ਸੀ ਕਰਨ ਪੇਪਰ, ਰਾਜ ਬਿੱਲੀ ਰਾਹ ਕੱਟ ਗਈ, ਫਿਰ ਮੈਂ ਉਸੇ ਪਰ ਵਾਪਸ ਆ ਗਿਆ। ਕੀਤਾ ਨਹੀਂ ਯਾਰ। ਨਹੀਂ ਯਾਰ, ਤੂੰ ਪੇਪਰ ਦੇਣਾ ਸੀ, ਤੇਰਾ ਇੱਕ ਪੇਪਰ ਪਿੱਛੇ ਸਾਰਾ ਸਾਲ ਖਰਾਬ ਹੋ ਜਾਣਾ ਨਹੀਂ ਯਾਰ, ਇੱਕ ਪੇਪਰ ਨਾਲ ਨਹੀਂ ਕੁਛ ਹੁੰਦਾ, ਏਦਾਂ ਨਹੀਂ ਕੁਛ ਹੁੰਦਾ। ਤੂੰ ਪੇਪਰ ਦੇਣਾ ਸੀ ਯਾਰ, ਗਲਤੀ ਕਰ ਲਈ। ਉਹ ਕੁਛ ਨਹੀਂ ਹੁੰਦਾ ਯਾਰ, ਇੱਕ ਪੇਪਰ ਨਾਲ ਕੁਛ ਨਹੀਂ ਹੁੰਦਾ। ਚੱਲ ਠੀਕ ਆ, ਫਿਰ ਆਪਾਂ ਮਿਲਦੇ ਚੰਗਾ ਯਾਰ, ਚੰਗਾ। ਦੁਨੀਆ ਚੰਨ ਦੇ ਪਹੁੰਚ ਗਈ ਤੇ ਇਹ ਵਹਿਮਾਂ ਭਰਮਾਂ ਜੀ ਕਰਦਾ। ਇੱਕ ਲੜਕਾ ਹੈ, ਉਹ ਪੇਪਰ ਦੇਣ ਜਾ ਰਿਹਾ ਹੈ ਔਰ ਰਸਤੇ 'ਚ ਉਹਦੇ ਕਾਲੀ ਬਿੱਲੀ ਆ ਜਾਂਦੀ ਹੈ। ਹੁਣ ਉਹ ਬੱਚਾ ਕੀ ਪੇਪਰ ਦੇਣ ਜਾਏਗਾ ਕਿ ਵਾਪਸ ਆ ਜਾਏਗਾ? ਉਹਦੇ ਲਈ ਕੀ ਇੰਪੋਰਟੈਂਟ ਹੈ? ਪੇਪਰ ਇੰਪੋਰਟੈਂਟ ਹੈ ਕਿ ਆਪਣੀ ਉਹ ਜਿਹੜੀ ਨੈਗੇਟਿਵ ਸੋਚ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ? ਲੇਕਿਨ ਤੁਸੀਂ ਦੇਖੋਗੇ ਜਦੋਂ ਤੁਸੀਂ ਬੁੱਕ ਦੇ ਵਿੱਚ ਲੈਸਨ ਪੜ੍ਹੋ, ਦੇਖੋ ਤਾਂ ਇਹਦੇ 'ਚ ਦੱਸਿਆ ਕਿ ਬੱਚਾ ਵਾਪਸ ਨਹੀਂ ਆ ਗਿਆ, ਕਿਵੇਂ ਆ ਤਾਂ ਪੇਪਰ ਹੀ ਨਹੀਂ ਦੇਣ ਜਾਣਾ। ਜਦੋਂ ਘਰ ਆਉਂਦਾ ਹੈ
ਉਹਦੇ ਪੇਰੈਂਟਸ ਉਹਨੂੰ ਪੁੱਛਦੇ ਹੈ ਕਿ ਤੂੰ ਵਾਪਸ ਆ ਗਿਆ, ਤਾਂ ਉਹ ਜਵਾਬ ਦਿੰਦਾ ਪਿਆ ਕਿ ਮੈਂ ਤਾਂ ਵਾਪਸ ਆ ਗਿਆ ਕਿਉਂਕਿ ਮੇਰੇ ਰਸਤੇ ਵਿੱਚ ਕਾਲੀ ਬਿੱਲੀ ਆ ਗਈ ਸੀ, ਤਾਂ ਹੁਣ ਤੇ ਜੇ ਮੈਂ ਪੇਪਰ ਦੇਣ ਵੀ ਚਲਾ ਜਾਂਦਾ ਮੈਂ ਤਾਂ ਵੀ ਫੇਲ ਹੋ ਜਾਣਾ ਸੀ, ਮੈਂ ਤਾਂ ਪਾਸ ਹੋਣਾ ਹੀ ਨਹੀਂ ਸੀ। ਇਹ ਹੁਣ ਉਹਦੀ ਸੋਚ ਕਿਉਂ ਹੋਈ? ਕਿਉਂਕਿ ਉਹਦੇ ਮਨ ਦੇ ਵਿੱਚ ਛੋਟੇ ਹੁੰਦਿਆਂ ਤੋਂ ਹੀ ਇਹ ਗੱਲਾਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ। ਵੀਡੀਓ ਦੇ ਵਿੱਚ ਜਿਹੜੀ ਆਪਾਂ ਵੀਡੀਓ ਦੇਖੀ ਹੈ ਉਹ ਅਗਲੇ ਦਿਨ ਦੀ ਹੈ। ਇਸ ਵੀਡੀਓ ਦੇ ਵਿੱਚ ਕੀ ਦਿਖਾਇਆ ਹੈ ਕਿ ਉਹ ਬੱਚਾ ਆਪਣੇ ਕਿਸੇ ਦੋਸਤ ਨੂੰ ਮਿਲਦਾ ਹੈ, ਉਹਦਾ ਦੋਸਤ ਉਹਨੂੰ ਦੱਸਦਾ ਹੈ ਕਿ ਇਹ ਤਾਂ ਵਹਿਮ ਭਰਮ ਹੈ, ਤੂੰ ਕਿਉਂ ਇਹਨਾਂ ਚੱਕਰਾਂ 'ਚ ਪਿਆ ਹੋਇਆ ਹੈ। ਵਹਿਮਾਂ ਭਰਮਾਂ ਦੇ ਚੱਕਰਾਂ 'ਚ ਪੈ ਕੇ ਦੇਖੋ ਆਪਣਾ ਸਾਲ ਤੱਕ ਵੀ ਖਰਾਬ ਕਰਨ ਨੂੰ ਤਿਆਰ ਹੈ, ਪਰ ਫਿਰ ਵੀ ਆਪਣੀ ਸੋਚ ਜਿਹੜੀ ਹੈ ਉਹ ਬਦਲਣ ਨੂੰ ਤਿਆਰ ਨਹੀਂ। ਸੋ ਇਹਨਾਂ ਗੱਲਾਂ 'ਚੋਂ ਨਿਕਲਣ ਦੀ ਜ਼ਰੂਰਤ ਹੈ। ਹੁਣ ਇੱਥੇ ਤੁਹਾਡੇ ਲਈ ਕੁਐਸਚਨ ਸੀਗੇ ਕਿ ਜੇ ਤੁਸੀਂ ਇਸ ਸਿਚੁਏਸ਼ਨ 'ਚ ਹੁੰਦੇ, ਮੰਨ ਲਓ ਉਸ ਬੱਚੇ ਦੀ ਜਗ੍ਹਾ ਤੇ ਤੁਸੀਂ ਹੁੰਦੇ, ਜਿਵੇਂ ਬੁੱਕ ਦੇ ਵਿੱਚ ਉਹਦਾ ਨਾਮ ਮੋਹਿਤ ਦਿੱਤਾ ਹੋਇਆ ਹੈ, ਜੇ ਤੁਸੀਂ ਮੋਹਿਤ ਹੁੰਦੇ, ਤੁਸੀਂ ਜਾ ਰਹੇ ਹੁੰਦੇ, ਤੁਹਾਡੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋ ਜਾਂਦਾ, ਤਾਂ ਤੁਸੀਂ ਕੀ ਕਰਦੇ? ਫਿਰ ਦੇਖੋ, ਤੁਸੀਂ ਆਪਣੇ ਆਪ ਨੂੰ, ਆਪਣੇ ਮਨ ਨੂੰ ਪੁੱਛ ਕੇ ਦੇਖੋ ਕਿ ਵਾਕਈ ਤੁਸੀਂ ਆਪਣੇ ਫਿਊਚਰ ਬਾਰੇ ਸੋਚਦੇ ਕਿ ਇਹਨਾਂ ਗੱਲਾਂ ਦੇ ਵਿੱਚ ਹੀ ਫਸੇ ਰਹਿ ਜਾਂਦੇ। ਹੁਣ ਇਸ ਤੋਂ ਅਗਲੀ ਸਿਚੁਏਸ਼ਨ ਇਹ ਹੈ ਕਿ ਜਿਹੜਾ ਬੱਚਾ ਜਦੋਂ ਘਰ ਆ ਗਿਆ ਤਾਂ ਉਹਦੇ ਪੇਰੈਂਟਸ ਨੇ ਉਹਨੂੰ ਪੁੱਛਿਆ ਕਿ ਬੇਟਾ ਤੂੰ ਪੇਪਰ ਨਹੀਂ ਦੇ ਕੇ ਆਇਆ, ਤੂੰ ਇੰਨੀ ਜਲਦੀ ਕਿਵੇਂ ਆ ਗਿਆ? ਤਾਂ ਬੱਚੇ ਦਾ ਕੀ ਜਵਾਬ ਸੀ? ਅੱਗੋਂ ਕਹਿੰਦਾ ਜੀ ਮੈਂ ਤਾਂ ਜੀ ਇਹ ਰੀਜ਼ਨ ਸੀਗਾ, ਮੈਂ ਤਾਂ ਕਰਕੇ ਵਾਪਸ ਆ ਗਿਆ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਉਸ ਸਿਚੁਏਸ਼ਨ 'ਚ ਹੁੰਦੇ ਤਾਂ ਕੀ ਕਰਦੇ? ਉਸ ਤੋਂ ਬਾਅਦ ਜਦੋਂ ਵਾਪਸ ਆਇਆ ਹੀ ਸੀ ਤਾਂ ਉਹਦੇ ਮਦਰ ਦਾ ਕੀ ਰਿਐਕਸ਼ਨ ਹੋਣਾ ਸੀ? ਹੁਣ ਇਹ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ, ਇੱਥੇ ਉਹਦੇ ਮਦਰ ਇਸ਼ਾਰਾ ਕਰ ਰਹੇ ਹੈ। ਹੁਣ ਤੁਸੀਂ ਇਹ ਜੱਜ ਕਰਨਾ ਹੈ ਕਿ ਉਹਦੇ ਜਿਹੜੇ ਮਦਰ ਹੈ ਉਹ ਕੀ ਇਸ਼ਾਰਾ ਕਰ ਰਹੇ ਹੈ। ਕੀ ਉਹ ਇਹ ਕਹਿ ਰਹੇ ਹੈ ਕਿ ਕੋਈ ਨਹੀਂ, ਬਿੱਲੀ ਹੈਗੀ ਹੈ ਤਾਂ ਹੈਗੀ ਹੈ, ਫਿਰ ਕੀ ਹੋ ਗਿਆ, ਤੂੰ ਜਾ ਪੇਪਰ ਦੇ ਜਾ ਕੇ? ਕਿ ਉਹਨੂੰ ਕਹਿ ਰਹੇ ਹੈ ਕਿ ਨਹੀਂ, ਨਹੀਂ ਜਾਣਾ ਤੂੰ? ਸੋ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਤੁਹਾਡੇ ਫੈਮਿਲੀ ਵੈਲਿਊਜ਼ ਕੀ ਨੇ, ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸੋਚ ਹੈ, ਜਾਂ ਕਹਿ ਲਓ ਤੁਹਾਡੇ ਕਿਸ ਤਰ੍ਹਾਂ ਦੇ ਚੱਲ ਰਿਹਾ ਹੈ ਵੈਲਿਊਜ਼, ਮੁੱਲ ਕਿਵੇਂ ਦੇ ਚੱਲ ਰਹੇ ਹਨ। ਤਾਂ ਜੇਕਰ ਪਰਿਵਾਰ ਦੇ ਪੱਖੋਂ ਸਹੀ ਗਾਈਡੈਂਸ ਮਿਲ ਜਾਂਦੀ ਹੈ ਤਾਂ ਸ਼ਾਇਦ ਬੱਚਾ ਆਪਣਾ ਫਿਊਚਰ ਖਰਾਬ ਨਹੀਂ ਕਰਦਾ। ਤਾਂ ਥਰਡ ਕੁਐਸਚਨ ਇੱਥੇ ਇਹ ਆਉਂਦਾ ਹੈ ਕਿ ਜੇ ਮੰਨ ਲਓ ਇਹ ਸਿਚੁਏਸ਼ਨ ਆ ਗਈ, ਆਪਾਂ ਨੂੰ ਮਾੜਾ ਅਸਰ ਵੀ ਦਿਸ ਗਿਆ ਕਿ ਉਹਨੇ ਬੱਚੇ ਦਾ ਸਾਲ ਖਰਾਬ ਹੋ ਗਿਆ, ਜਾਂ ਉਹਦੇ ਪੇਰੈਂਟਸ ਦਾ ਵੀ ਅਸਰ ਹੋਇਆ ਕਿਤੇ ਨਾ ਕਿਤੇ, ਤਾਂ ਕੀ ਇਸ ਤੋਂ ਬਾਅਦ ਅੱਗੇ ਵਾਸਤੇ ਉਹਨਾਂ ਨੇ ਕੋਈ ਸਬਕ ਸਿੱਖਿਆ? ਕਿ ਅਜੇ ਵੀ ਉਹ ਉਸੇ ਤਰ੍ਹਾਂ ਦੀ ਸੋਚ ਲੈ ਕੇ ਚੱਲਣਗੇ, ਜਾਂ ਆਪਣੇ ਆਪ ਨੂੰ ਬਦਲਣਗੇ, ਕਿ ਜਾਂ ਫਿਰ ਦੂਜਿਆਂ ਨੂੰ ਵੀ ਅਵੇਅਰ ਕਰਨਗੇ ਕਿ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹਨੂੰ ਛੱਡ ਦਿਓ? ਇਹ ਗੱਲ ਸੋਚਣ ਵਾਲੀ ਹੈ। ਹੁਣ ਇੱਥੇ ਇਹ ਕੁਐਸਚਨ ਪੈਦਾ ਹੁੰਦਾ ਹੈ ਕਿ ਜੇਕਰ ਇਹ ਸੋਚ, ਵਹਿਮਾਂ ਭਰਮਾਂ ਵਾਲੀ ਸੋਚ ਇੰਨੀ ਨੈਗੇਟਿਵ ਹੈ, ਉਹਦਾ ਇੰਨਾ ਨੈਗੇਟਿਵ ਅਸਰ ਹੈ, ਉਹ ਸਾਡੇ ਵਿਕਾਸ 'ਚ ਰੋੜਾ ਹੈ, ਸਾਡੇ ਪਰਸਨੈਲਿਟੀ ਦੀ, ਸ਼ਖਸੀਅਤ ਉਸਾਰੀ ਦੇ ਵਿੱਚ ਰੋੜਾ ਹੈ, ਤਾਂ ਫਿਰ ਅਸੀਂ ਉਹਨੂੰ ਕਿਉਂ ਮੰਨਦੇ ਹਾਂ? ਇਹ ਕਿਵੇਂ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਹੋਂਦ 'ਚ ਆ ਜਾਂਦੇ ਹੈ, ਜਾਂ ਕਿਵੇਂ ਸਾਡੇ ਸ਼ਖਸੀਅਤ ਦਾ ਜਾਂ ਵਿਹਾਰ ਦਾ ਕਿਵੇਂ ਇਹ ਇੱਕ ਹਿੱਸਾ ਬਣ ਜਾਂਦੇ ਹੈ? ਕਿਉਂ ਅਸੀਂ ਇਹਨਾਂ ਨੂੰ ਮੰਨਣ ਲੱਗ ਜਾਂਦੇ ਹਾਂ? ਔਰ ਇਹ ਨਹੀਂ ਕਿ ਸਿਰਫ ਇੱਕ ਜਣਾ ਮੰਨਦਾ ਹੈ, ਕਾਫੀ ਵੱਡੇ ਪੱਧਰ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਲੋਕੀ ਮੰਨਣ ਲੱਗ ਜਾਂਦੇ ਹੈ। ਤਾਂ ਇਹਦਾ ਰੀਜ਼ਨ ਬੜਾ ਸਿੰਪਲ ਹੈ। ਕਈ ਚੀਜ਼ਾਂ, ਹੁਣ ਜਿਵੇਂ ਆਪਾਂ ਅੱਜ ਦੀ ਸਿਚੁਏਸ਼ਨ ਦੇਖ ਲਓ, ਇਹਦੇ 'ਚ ਵਹਿਮ ਭਰਮ ਦੀ ਗੱਲ ਨਹੀਂ, ਇਹ ਜਸਟ ਇੱਕ ਐਗਜ਼ਾਮਪਲ ਹੈ ਕਿ ਅੱਜ ਦੀ ਸਿਚੁਏਸ਼ਨ ਦੇਖ ਲਓ। ਆਪਣੇ ਕੋਲ ਕਰੋਨਾ ਦੀ ਸਿਚੁਏਸ਼ਨ ਹੈ।
ਆਪਾਂ ਸਭ ਨੂੰ ਪਤਾ ਹੈ ਕਿ ਕਰੋਨਾ ਜਿਹੜਾ ਹੈ ਉਹ ਕਿੰਨਾ ਡੇਂਜਰਸ ਸਾਬਿਤ ਹੋ ਸਕਦਾ ਹੈ ਅਗਰ ਇਹ ਹੋ ਜਾਂਦਾ ਕਿਸੇ ਨੂੰ। ਤਾਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਇਹਦੇ ਤੋਂ ਬਚਣ ਦੇ ਲਈ ਆਪਾਂ ਨੂੰ ਕੀ ਉਪਾਅ ਕਰਨੇ ਪੈਣਗੇ। ਆਪਾਂ ਨੂੰ ਪਤਾ ਹੈ ਆਪਾਂ ਮਾਸਕ ਲਾਣਾ ਹੈ। ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਾਂ ਭੀੜ ਵਾਲੀ ਜਗ੍ਹਾ ਤੇ ਨਹੀਂ ਜਾਣਾ। ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਾਂ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਪਰ ਫਿਰ ਵੀ ਜੇ ਤੁਸੀਂ ਬਾਹਰ ਨਿਕਲ ਕੇ ਦੇਖੋ, ਲੋਕਾਂ ਨੂੰ ਕੋਈ ਪਰਵਾਹ ਹੀ ਨਹੀਂ। ਦੇ ਡੋਂਟ ਬੋਦਰ ਅਬਾਊਟ। ਤਾਂ ਜੇ ਇਸ ਤਰ੍ਹਾਂ ਪਰਵਾਹ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਸਮਝਾਉਣ ਦੇ ਲਈ ਕੋਈ ਨਾ ਕੋਈ ਜਿਹੜਾ ਸਟਰੋਂਗ ਜਿਹੜਾ ਤਰੀਕਾ ਹੈ ਉਹ ਅਪਣਾਉਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਕਈ ਗੱਲਾਂ ਸਾਇੰਟੀਫਿਕਲੀ ਗਲਤ ਹੁੰਦੀਆਂ। ਉਹਨਾਂ ਦਾ ਸਾਇੰਟੀਫਿਕ ਰੀਜ਼ਨ ਐਂਡ ਲੌਜਿਕ ਹੁੰਦਾ ਉਹਨਾਂ ਦੇ ਪਿੱਛੇ। ਪਰ ਜੇ ਲੋਕਾਂ ਨੂੰ ਵੈਸੇ ਸਮਝਾ ਦਈਏ ਕਿ ਇਸ ਤਰ੍ਹਾਂ ਨਹੀਂ ਕਰਨਾ, ਉਹ ਕਹਿ ਦਿੰਦੇ ਆ ਕੋਈ ਗੱਲ ਨਹੀਂ, ਇਹ ਨਹੀਂ ਕੁਛ ਹੁੰਦਾ। ਤਾਂ ਉਹਨਾਂ ਦੇ ਉਸ ਬਿਹੇਵੀਅਰ ਨੂੰ ਕੰਟਰੋਲ ਕਰਨ ਦੇ ਲਈ ਫਿਰ ਉਹਨਾਂ ਦੇ ਨਾਲ ਵਹਿਮ ਭਰਮ ਜਿਹੜੇ ਹੈ ਉਹ ਜੋੜ ਦਿੱਤੇ ਜਾਂਦੇ ਆ। ਕਿਉਂਕਿ ਜ਼ਿਆਦਾ ਜਿਹੜੇ ਲੋਕ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ, ਜਿਹੜੇ ਸੁਜੈਸਟੀਬਲ ਟਾਈਪ ਦੇ ਲੋਕ ਹੁੰਦੇ ਹੈ, ਜਿਹੜੇ ਦੂਜਿਆਂ ਦੇ ਪ੍ਰਭਾਵ 'ਚ ਜਲਦੀ ਆ ਜਾਂਦੇ ਹੈ, ਉਹ ਜਦੋਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਤਾਂ ਉਹ ਜ਼ਿਆਦਾ ਅਸਰ ਜਲਦੀ ਫੋਲੋ ਕਰਦੇ ਆ, ਬਜਾਏ ਇਸ ਦੇ ਕਿ ਜੇ ਉਹਨਾਂ ਨੂੰ ਸਹੀ ਸਾਇੰਟੀਫਿਕ ਵਜ੍ਹਾ ਦੱਸੀ ਜਾਵੇ। ਤਾਂ ਇੱਥੇ ਫਿਰ ਉਹਨਾਂ ਨੂੰ ਸਮਝਾਉਣ ਦੇ ਲਈ ਕਈ ਗੱਲਾਂ, ਕਈ ਮਿਸਕਨਸੈਪਸ਼ਨਸ ਜੋੜ ਦਿੱਤੀਆਂ ਜਾਂਦੀਆਂ। ਕੋਈ ਗੱਲ ਨਹੀਂ, ਇਹ ਨਹੀਂ ਕੁਛ ਹੁੰਦਾ। ਤਾਂ ਉਹਨਾਂ ਦੇ ਉਸ ਬਿਹੇਵੀਅਰ ਨੂੰ ਕੰਟਰੋਲ ਕਰਨ ਦੇ ਲਈ ਫਿਰ ਉਹਨਾਂ ਦੇ ਨਾਲ ਵਹਿਮ ਭਰਮ ਜਿਹੜੇ ਹੈ ਉਹ ਜੋੜ ਦਿੱਤੇ ਜਾਂਦੇ ਆ। ਕਿਉਂਕਿ ਜ਼ਿਆਦਾ ਜਿਹੜੇ ਲੋਕ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ, ਜਿਹੜੇ ਸੁਜੈਸਟੀਬਲ ਟਾਈਪ ਦੇ ਲੋਕ ਹੁੰਦੇ ਹੈ, ਜਿਹੜੇ ਦੂਜਿਆਂ ਦੇ ਪ੍ਰਭਾਵ 'ਚ ਜਲਦੀ ਆ ਜਾਂਦੇ ਹੈ, ਉਹ ਜਦੋਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਤਾਂ ਉਹ ਜ਼ਿਆਦਾ ਅਸਰ ਜਲਦੀ ਫੋਲੋ ਕਰਦੇ ਆ, ਬਜਾਏ ਇਸ ਦੇ ਕਿ ਜੇ ਉਹਨਾਂ ਨੂੰ ਸਹੀ ਸਾਇੰਟੀਫਿਕ ਵਜ੍ਹਾ ਦੱਸੀ ਜਾਵੇ। ਇੱਥੇ ਫਿਰ ਉਹਨਾਂ ਨੂੰ ਸਮਝਾਉਣ ਦੇ ਲਈ ਕਈ ਗੱਲਾਂ ਨਾਲ ਜੋੜ ਦਿੱਤੀਆਂ ਜਾਂਦੀਆਂ। ਜਿਵੇਂ ਮੰਨ ਲਓ, ਆਪਾਂ ਨੂੰ ਸਭ ਨੂੰ ਪਤਾ ਹੈ, ਤੁਸੀਂ ਛੋਟੀਆਂ ਕਲਾਸਿਸ ਤੋਂ ਹੀ ਪੜ੍ਹਦੇ ਆ ਰਹੇ ਹੋ, ਹੁਣ ਤੁਸੀਂ 6ਵੀਂ ਜਮਾਤ 'ਚ ਪੜ੍ਹਦੇ ਹੋ, ਤੁਹਾਨੂੰ ਪਤਾ ਹੈ ਕਿ ਜਿਹੜੇ ਪੇੜ ਪੌਦੇ ਹੈ ਇਹ ਦਿਨ ਵੇਲੇ ਆਕਸੀਜਨ ਜਿਹੜੀ ਹੈ ਉਹ ਐਕਸੇਲ ਕਰਦੇ ਹੈ, ਛੱਡਦੇ ਹੈ, ਕਾਰਬਨ ਡਾਈਆਕਸਾਈਡ ਖਿੱਚਦੇ ਹੈ, ਔਰ ਰਾਤ ਨੂੰ ਰਿਵਰਸ ਹੁੰਦਾ ਹੈ। ਰਾਤ ਨੂੰ ਆਕਸੀਜਨ ਜਿਹੜੀ ਹੈ ਉਹ ਖਿੱਚਦੇ ਹੈ ਤੇ ਕਾਰਬਨ ਡਾਈਆਕਸਾਈਡ ਛੱਡਦੇ ਹੈ। ਔਰ ਆਪਾਂ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਆਪਾਂ ਲੋਕ ਜਿਹੜੇ ਆ, ਆਪਾਂ ਕਿਵੇਂ ਆਕਸੀਜਨ ਜਿਹੜੀ ਇਨਹੇਲ ਕਰਦੇ ਹਾਂ ਤੇ ਕਾਰਬਨ ਡਾਈਆਕਸਾਈਡ ਐਕਸੇਲ ਕਰਦੇ ਹਾਂ। ਤਾਂ ਜੇ ਆਪਾਂ ਲੋਕਾਂ ਨੂੰ ਵੈਸੇ ਸਮਝਾਈਏ ਗੱਲ ਕਿ ਰਾਤ ਨੂੰ ਜਿਹੜਾ ਹੈ ਉਹ ਟਰੀਜ਼ ਦੇ ਨੀਚੇ ਨਹੀਂ ਜਾਣਾ, ਤਾਂ ਉਹ ਮੰਨਣ ਨੂੰ ਤਿਆਰ ਨਹੀਂ। ਤਾਂ ਇਸ ਵਾਸਤੇ ਉਹਦੇ ਨਾਲ ਇਹ ਵਹਿਮ ਜੋੜਤਾ ਗਿਆ ਕਿ ਰਾਤ ਨੂੰ ਤਾਂ ਭੂਤ ਵਗੈਰਾ ਹੁੰਦੇ ਹੈ ਟਰੀਜ਼ ਦੇ ਉੱਪਰ, ਤਾਂ ਇਸ ਕਰਕੇ ਜਾਣਾ ਨਹੀਂ। ਔਰ ਦੇਖੋ, ਵੈਰੀ ਇੰਟਰਸਟਿੰਗਲੀ ਪੀਪਲ ਫੋਲੋ ਦਿਸ। ਜਿਹੜਾ ਸਾਇੰਟੀਫਿਕ ਰੀਜ਼ਨ ਹੈ ਉਹਨੂੰ ਨਹੀਂ ਸੁਣਨਗੇ, ਉਹਨੂੰ ਲੋਕ ਹੀ ਪਰਵਾਹ ਨਹੀਂ ਕਰਦੇ। ਲੇਕਿਨ ਜਿਹੜਾ ਇਸ ਤਰ੍ਹਾਂ ਦਾ ਰੀਜ਼ਨ ਹੈ, ਜਿਹਦੀ ਕੋਈ ਸਿਰ ਪੈਰ ਹੀ ਨਹੀਂ ਹੈ, ਕੋਈ ਕਿਸੇ ਨੇ ਭੂਤ ਦੇਖਿਆ ਨਹੀਂ, ਕਿਸੇ ਨੇ ਕੋਈ ਪ੍ਰੇਤ ਦੇਖਿਆ ਨਹੀਂ, ਬਟ ਸਟਿਲ ਦੇ ਫੋਲੋ ਬਲਾਈਂਡਲੀ, ਬਿਲਕੁਲ ਅੰਨੇਵਾਹ ਮੰਨ ਲੈਂਦੇ ਆ ਕਿ ਹਾਂ ਠੀਕ ਹੈ ਜੀ, ਟਰੀਜ਼ ਦੇ ਉੱਪਰ ਤਾਂ ਰਾਤ ਨੂੰ ਤਾਂ ਭੂਤ ਨੇ ਤੇ ਆਪਾਂ ਨਹੀਂ ਜਾਣਾ ਉੱਥੇ। ਸੋ ਇਹ ਇੱਕ ਉਦਾਹਰਣ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਕਈ ਗੱਲਾਂ ਦੇ ਵਿੱਚ ਸਾਇੰਟੀਫਿਕ ਰੀਜ਼ਨ ਜਿਹੜਾ ਹੁੰਦਾ ਹੈ, ਲੇਕਿਨ ਉਹਨੂੰ ਮਨਾਉਣ ਦੇ ਲਈ ਸਾਨੂੰ ਨਾਲ ਮਿਥਸ ਜੋੜਨੀਆਂ ਪੈਂਦੀਆਂ ਤਾਂ ਕਿ ਜਿਹੜੇ ਲੋਕ ਨੇ ਉਹ ਜ਼ਿਆਦਾ ਫੋਲੋ ਕਰਨ। ਇਸੇ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਵਿੱਚ ਦੱਸਿਆ ਕਿ ਤੁਹਾਡੇ ਮਦਰ ਜਾਂ ਘਰ ਕੋਈ ਵੀ ਕਹਿੰਦੇ ਆ ਕਿ ਸ਼ੱਕਰ ਚੀਨੀ ਲੈ ਕੇ ਜਾਓ ਪੇਪਰ ਦੇਣ ਜਾਣ ਲੱਗਿਆ। ਐਕਚੁਅਲੀ ਕੀ ਹੈ ਇਹਦੇ ਵਿੱਚ ਕਿ ਕਈ ਬੱਚੇ ਜਦੋਂ ਪੇਪਰਾਂ ਦੇ ਦਿਨ ਹੁੰਦੇ ਆ ਉਹ ਬੜੀ ਟੈਨਸ਼ਨ 'ਚ ਹੁੰਦੇ ਆ। ਪੇਪਰ ਵਾਲੇ ਦਿਨ ਐਗਜ਼ਾਮ ਫੋਬੀਆ ਕਹਿ ਦਿੰਦੇ ਆ ਇਹਨੂੰ, ਡਰੇ ਹੋਏ ਹੁੰਦੇ ਆ ਪੂਰੀ ਤਰ੍ਹਾਂ ਨਾਲ। ਅਤੇ ਉਹਨਾਂ ਬੱਚਿਆਂ ਨੂੰ ਉਸ ਡਰ ਦੇ ਮਾਰੇ, ਐਂਗਜ਼ਾਇਟੀ ਦੇ ਮਾਰੇ, ਉਹਨਾਂ ਦੀ ਭੁੱਖ ਪਿਆਸ ਸਭ ਉੱਡੀ ਹੁੰਦੀ ਹੈ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਸ਼ੂਗਰ ਹੈ ਉਹ ਗਲੂਕੋਨ ਲੈਵਲ ਜਿਹੜਾ ਹੈ ਉਹ ਅਪ ਕਰਦੀ ਹੈ, ਐਨਰਜੀ ਦਿੰਦੀ ਹੈ, ਸੋਰਸ ਆਫ ਐਨਰਜੀ ਹੈ, ਦਹੀਂ ਨਹੀਂ ਸੋਰਸ ਆਫ ਐਨਰਜੀ ਹੈ। ਸੋ ਉਸ ਗੱਲ ਮਨਾਉਣ ਦੇ ਲਈ ਕਿ ਇਹ ਚੀਜ਼ ਖਾ ਕੇ ਜਾਓ, ਸਾਇੰਟੀਫਿਕ ਰੀਜ਼ਨ
ਜੇ ਦਿੰਦੇ ਆ ਤਾਂ ਸ਼ਾਇਦ ਬੱਚੇ ਫੋਲੋ ਨਾ ਕਰਨ। ਲੇਕਿਨ ਜਦੋਂ ਉਹਨਾਂ ਨੂੰ ਇਹ ਚੀਜ਼ ਦੱਸ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਇਹ ਚੀਜ਼ ਖਾ ਕੇ ਜਾਓਗੇ ਤੁਹਾਡਾ ਪੇਪਰ ਵਧੀਆ ਹੋਏਗਾ, ਤਾਂ ਦੇ ਫੋਲੋ ਬਲਾਈਂਡਲੀ। ਉਹ ਬਿਲਕੁਲ ਮੰਨ ਲੈਂਦੇ ਆ ਕਿ ਹਾਂ ਠੀਕ ਹੈ ਜੀ, ਇਟਸ ਓਕੇ, ਤੇ ਮੇਰਾ ਪੇਪਰ ਤਾਂ ਬਹੁਤ ਵਧੀਆ ਹੀ ਹੋ ਜਾਣਾ ਹੈ। ਸੋ ਤੁਸੀਂ ਹੁਣ ਤੱਕ ਦੇਖਿਆ ਹੈ ਕਿ ਜਿਹੜੇ ਵਹਿਮ ਭਰਮ ਨੇ ਉਹ ਕਿਵੇਂ ਸਾਡੇ ਜੀਵਨ 'ਤੇ ਅਸਰ ਪਾਉਂਦੇ ਹੈ, ਔਰ ਇਹਦਾ ਕੋਈ ਵੀ ਜਿਹੜਾ ਪੋਜ਼ਿਟਿਵ ਅਸਰ ਹੈ ਉਹ ਆਪਾਂ ਨੂੰ ਕਿਤੇ ਵੀ ਦਿਖਦਾ ਨਹੀਂ। ਜੇਕਰ ਹਾਲਾਤ ਨੋਰਮਲ ਹੁੰਦੇ, ਜੇਕਰ ਸਹੀ ਚੱਲ ਰਿਹਾ ਹੁੰਦਾ ਸਾਰਾ ਕੁਝ, ਤਾਂ ਫਿਰ ਅਸੀਂ ਸਕੂਲ ਦੇ ਵਿੱਚ ਇਹ ਸਾਰੀਆਂ ਐਕਟੀਵਿਟੀਜ਼ ਨੂੰ ਪਰਫਾਰਮ ਕਰਦੇ ਹੋਏ ਅੱਛੇ ਤਰੀਕੇ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚ ਬਣਾ ਪਾਉਂਦੇ। ਲੇਕਿਨ ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਹੈ, ਸਾਡੇ ਸਿੱਖਿਆ ਵਿਭਾਗ ਨੇ ਜਿਹੜੇ ਇੰਨੇ ਯਤਨ ਕੀਤੇ ਹੈ, ਆਪਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਜਿਹੜੀ ਹੈ ਦੇਣ ਦਾ ਮੌਕਾ ਮਿਲ ਰਿਹਾ। ਤਾਂ ਇਸ ਸਿਚੁਏਸ਼ਨ 'ਚ ਮੈਂ ਤੁਹਾਨੂੰ ਇਹੀ ਕਹੂੰਗੀ ਬੇਟਾ ਕਿ ਤੁਸੀਂ ਇਹਨਾਂ ਵਹਿਮਾਂ ਭਰਮਾਂ ਦੇ ਜੰਜੀਰਾਂ 'ਚੋਂ ਨਿਕਲੋ। ਇਹ ਸਿਰਫ ਇੱਕ ਪਿੱਛਾ ਖਿੱਚੂ ਸੋਚ ਹੀ ਪੈਦਾ ਕਰਦੇ ਹੈ। ਅੱਜ ਦਾ ਸਮਾਜ ਇੰਨਾ ਤਰੱਕੀ ਕਰ ਗਿਆ ਹੋਇਆ ਹੈ, ਅੱਜ ਤਾਂ ਦੇਖੋ ਇਨਸਾਨ ਚੰਦ ਤੱਕ ਪਹੁੰਚ ਗਿਆ ਹੈ ਨਾ, ਤੇ ਜੇ ਆਪਾਂ ਇਹਨਾਂ ਗੱਲਾਂ 'ਚ ਹੀ ਫਸੇ ਰਹੇ ਤਾਂ ਫਿਰ ਸਾਡੀ ਸੋਚ ਵੀ ਉਨੀ ਕੁ ਦਾਇਰੇ 'ਚ ਹੀ ਰਹਿ ਜਾਏਗੀ, ਉਹ ਵਿਕਸਿਤ ਨਹੀਂ ਹੋ ਪਾਏਗੀ। ਤਾਂ ਇਸ ਸਿਚੁਏਸ਼ਨ ਦੇ ਨਾਲ ਰਿਲੇਟਡ ਹੁਣ ਤੁਹਾਨੂੰ ਮੈਂ ਹੋਮਵਰਕ ਜਿਹੜਾ ਹੈ ਉਹ ਦੇਣ ਲੱਗੀ ਹਾਂ। ਤੁਹਾਡਾ ਹੋਮਵਰਕ ਇਹ ਹੈ ਕਿ ਤੁਹਾਡਾ ਜਿਹੜਾ ਇਹ ਕੰਪੀਟੀਸ਼ਨ ਕਰਵਾਇਆ ਜਾਏਗਾ। ਉਹ ਕੰਪੀਟੀਸ਼ਨ ਕੀ ਹੋਏਗਾ? ਤੁਹਾਡਾ ਬੜੀ ਗਰੁੱਪਸ ਜਿਹੜੇ ਬਣੇ ਹੋਏ ਆ ਸਕੂਲਾਂ ਦੇ ਵਿੱਚ, ਉਹਨਾਂ ਦੇ ਆਪਸ ਦੇ ਵਿੱਚ ਸਲੋਗਨ ਰਾਈਟਿੰਗ ਐਂਡ ਪੇਂਟਿੰਗ ਕੰਪੀਟੀਸ਼ਨ ਉਹ ਕਰਵਾਏ ਜਾਣਗੇ। ਸਲੋਗਨ ਤੁਸੀਂ ਲਿਖਣੇ ਹੈ ਵਹਿਮਾਂ ਭਰਮਾਂ ਦੇ ਅਗੇਂਸਟ, ਕਿ ਵਹਿਮਾਂ ਭਰਮਾਂ ਤੋਂ ਕਿਵੇਂ ਬਚ ਸਕਦੇ ਹੋ, ਜਾਂ ਵਹਿਮ ਭਰਮ ਜਿਹੜੇ ਆ ਕਿਵੇਂ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਆ। ਤੇ ਜਿਹੜੇ ਪੋਸਟਰ ਮੇਕਿੰਗ ਹੈ ਉਹ ਤੁਸੀਂ ਇਹਦੇ ਨਾਲ ਰਿਲੇਟਡ ਜਿਹੜੇ ਹੈ ਉਹ ਪੋਸਟਰ ਜਿਹੜੇ ਹੈ ਉਹ ਬਣਾਉਣੇ ਹੈ। ਤਾਂ ਇਹ ਤੁਹਾਡੇ 2 ਕੰਪੀਟੀਸ਼ਨਸ ਨੇ ਇਸ ਲੈਸਨ ਦੇ ਬੇਸਡ। ਸੋ ਕਾਈਂਡਲੀ ਲੈਸਨ ਅੱਛੀ ਤਰ੍ਹਾਂ ਪੜ੍ਹ ਕੇ, ਸਿਚੁਏਸ਼ਨਸ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਸਮਝ ਕੇ, ਬਾਕੀ ਤੁਹਾਡੀ ਬੁੱਕ ਦੇ ਵਿੱਚ ਟੇਬਲਸ ਦਿੱਤੇ ਹੋਏ ਹੈ, ਜਿਵੇਂ ਜਿਵੇਂ ਸਰਵੇ ਕਰਨ ਲਈ ਕਿਹਾ ਹੈ ਜਾਂ ਜਿਵੇਂ ਜਿਵੇਂ ਤੁਹਾਨੂੰ ਕੁਐਸਚਨਸ ਦੇ ਬਲੈਂਕ ਛੱਡੇ ਹੋਏ ਹੈ ਕਿ ਅੱਗੋਂ ਤੁਸੀਂ ਖੁਦ ਡਿਵੈਲਪ ਕਰਕੇ ਸੋਚ ਕੇ ਲਿਖਣਾ ਹੈ, ਤਾਂ ਉਹ ਕਾਈਂਡਲੀ ਤੁਸੀਂ ਕਰਕੇ ਸਰਵੇ ਹਜੇ ਰਹਿਣ ਦਿਓ ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ। ਲੇਕਿਨ ਦੂਸਰਾ ਕੰਮ ਜਿਹੜਾ ਹੈ ਤੁਸੀਂ ਉਹ ਕਰਕੇ ਆਪਣੇ ਟੀਚਰ ਸਾਹਿਬਾਨ ਤੋਂ ਚੈੱਕ ਕਰਵਾ ਸਕਦੇ ਹੋ। ਬਾਕੀ ਬੇਟਾ ਤੁਸੀਂ ਸਾਡਾ ਆਉਣ ਵਾਲਾ ਭਵਿੱਖ ਹੋ, ਸਾਨੂੰ ਤੁਹਾਡੇ 'ਤੇ ਮਾਣ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਲਾਈਫ ਬੜੀ ਵਧੀਆ ਤਰੀਕੇ ਦੇ ਨਾਲ ਬਤੀਤ ਹੋਵੇ। ਤਾਂ ਇਸੇ ਲੈਸਨ ਦੇ ਨਾਲ ਸੰਬੰਧਿਤ ਇੱਕ ਗੂਗਲ ਕੁਇਜ਼ ਜਿਹੜਾ ਹੈ ਉਹ ਵੀ ਤੁਹਾਨੂੰ ਭੇਜਿਆ ਜਾਏਗਾ। ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਨੇ। ਤਾਂ ਬੇਟਾ ਦੇਖੋ, ਆਪਾਂ ਦੇਖਿਆ ਹੁਣ ਤੱਕ ਕਿ ਜਿਹੜੇ ਵਹਿਮ ਭਰਮ ਨੇ ਇਹ ਹਮੇਸ਼ਾ ਸਾਨੂੰ ਪਿਛਾਂਹ ਖਿੱਚੂ ਸੋਚ ਦੇ ਮਾਲਿਕ ਬਣਾ ਦਿੰਦੇ ਆ। ਸੋ ਜਦੋਂ ਕੋਈ ਵੀ ਸਮਾਜ, ਕੋਈ ਵੀ ਦੇਸ਼ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਜ਼ਰੂਰਤ ਹੁੰਦੀ ਹੈ ਉੱਥੋਂ ਦੇ ਨਾਗਰਿਕਾਂ ਦੀ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਸੋਚ ਜਿਹੜੀ ਹੈ ਉਹ ਅੱਛੀ ਤਰ੍ਹਾਂ ਨਾਲ ਵਿਕਸਿਤ ਹੋਵੇ, ਪਿਛਾਂਹ ਖਿੱਚੂ ਨਾ ਹੋਵੇ। ਤੇ ਜਿਹੜੇ ਵਹਿਮ ਭਰਮ ਨੇ, ਬੇਲੋੜੇ ਵਹਿਮ ਭਰਮ ਨੇ, ਇਹ ਕਿਸੇ ਵੀ ਸਮਾਜ ਨੂੰ ਇਸ ਤਰ੍ਹਾਂ ਕਮਜ਼ੋਰ ਕਰ ਦਿੰਦੇ ਆ ਜਿਵੇਂ ਇੱਕ ਘੁਣ ਜਿਹੜੀ ਹੈ ਉਹ ਲੱਕੜ ਨੂੰ ਖਾ ਜਾਂਦੀ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਹਿਮ ਭਰਮ ਬਾਰੇ ਸੁਣੋ ਤਾਂ ਉਹਦੇ ਪਿੱਛੇ ਲੌਜਿਕ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰੋ। ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਆਪਾਂ ਲੋਕ ਕਈ ਵਾਰੀ ਆਪਣੀ ਲਾਈਫ ਬਿਨਾਂ ਗੱਲ ਤੋਂ ਹੀ ਉਲਝਾ ਲੈਂਦੇ ਹਾਂ। ਆਪਣੇ ਵਿਚਾਰਾਂ ਨੂੰ, ਆਪਣੀ ਸੋਚ ਨੂੰ ਇਹੋ ਜਿਹੇ ਜਿਹੜੇ ਵਹਿਮ ਭਰਮ ਨੇ ਜਾਂ ਇਹੋ ਜਿਹੀ ਸੋਚ ਹੈ ਜਿਹੜੀ ਉਹਦੇ ਤੋਂ ਮੁਕਤ ਰੱਖੋਗੇ ਜਿੰਨਾ ਹੀ, ਓਨਾ ਹੀ ਵਧੀਆ ਤਰ੍ਹਾਂ ਦੇ ਨਾਲ ਤੁਸੀਂ ਤਰੱਕੀ ਕਰੋਗੇ। ਸੋ ਅੱਜ ਦੇ ਇਸ ਸੈਸ਼ਨ ਦੇ ਲਈ
ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬੇਟਾ। ਮੈਨੂੰ ਉਮੀਦ ਹੈ ਕਿ ਵੈਲਕਮ ਲਾਈਫ ਸਬਜੈਕਟ ਜਿਹੜਾ ਹੈ ਉਹ ਤੁਹਾਡਾ ਜੀਵਨ ਬਹੁਤ ਹੀ ਖੁਸ਼ਹਾਲ ਬਣਾ ਦੇਗਾ। ਕੁਝ ਸਮਾਂ ਪਹਿਲਾਂ ਤੱਕ ਜੋ ਸਾਨੂੰ ਮਹਿਸੂਸ ਹੁੰਦਾ ਸੀਗਾ ਕਿ ਸਾਡੇ ਬੱਚਿਆਂ ਦੇ ਵਿੱਚ, ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ ਜੋ ਸੋਚ ਨਹੀਂ ਵਿਕਸਿਤ ਹੋ ਪਾਈ, ਜੋ ਨੈਤਿਕ ਕਦਰਾਂ ਕੀਮਤਾਂ ਨਹੀਂ ਵਿਕਸਿਤ ਹੋ ਪਾਈਆਂ, ਉਹਨਾਂ ਦਾ ਵਿਕਾਸ ਉਹਨਾਂ ਦੇ ਬਚਪਨ ਤੋਂ ਹੀ ਸਵਾਗਤ ਜ਼ਿੰਦਗੀ ਦੇ ਥਰੂ ਹੋਏਗਾ। ਤਾਂ ਅਸੀਂ ਇਸ ਲਈ ਆਪ ਸਭ ਨੂੰ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ।